पौड़ी कबीर जी। जाके हर सा ठाकुर भाई, मुकत अनंत पुकारन जाई। अब कहो राम परोसा तोरा, तब काहू का कमन निहोरा। रहाओ तीन लोक जाके हैं पार, सो काहे न करे प्रतपार। कहो कबीर एक बुद्ध विचारी, क्या बस जो बिख दे महतारी। वाहिगुरु जी का खालसा, वाहिगुरु जी की फतेह। भगत कबीर जी जिन्हां दा परम पिता परमात्मा ते पूर्ण भरोसा है, ते जिन्हां दा अपना भरोसा हुंदा है, ਉਹ ਫਿਰ ਦੂਜਿਆਂ ਦਾ ਭਰੋਸਾ ਵੀ ਦ੍ਰਿੜ ਕਰਾਉਂਦੇ ਨੇ। ਤੇ ਜਿਹੜੇ ਕੱਚੇ ਭਰੋਸੇ ਵਾਲੇ ਨੇ, ਜਿਨ੍ਹਾਂ ਦੇ ਹਿਰਦੇ ਡਾਵਾਂਡੋਲ ਹੁੰਦੇ ਰਹਿੰਦੇ ਨੇ, ਉਹ ਕਈ ਵਾਰੀ ਪੱਕੇ ਭਰੋਸੇ ਵਾਲਿਆਂ ਨੂੰ ਵੀ ਡਾਵਾਂਡੋਲ ਕਰਨ ਦਾ ਯਤਨ ਕਰਦੇ ਨੇ। ਤੇ ਉਹ ਫਿਰ ਇਹੋ ਜਿਹੇ ਵਹਿਮ ਪਾਲਦੇ ਨੇ ਕਿ ਜੀ ਇਸ ਧਰਤੀ ਤੇ ਮਰੋਗੇ ਆ ਹੋਵੇਗਾ, ਉੱਥੇ ਮਰੋਗੇ ਆ ਹੋਵੇਗਾ, ਫਲਾਣੀ ਤਰੀਕ ਨੂੰ ਮਰੋਗੇ ਆ ਹੋਵੇਗਾ, ਫਲਾਣੇ ਮਹੀਨੇ ਵਿੱਚ ਮਰੋਗੇ ਆ ਹੋਵੇਗਾ। ਉਹ ਇਹਨਾਂ ਭਰਮ ਚੱਕਰਾਂ ਵਿੱਚ ਪਏ ਰਹਿੰਦੇ। ਪਰ ਜਿਨ੍ਹਾਂ ਦੇ ਅੰਦਰ ਪਰਮਾਤਮਾ ਤੇ ਪੂਰਨ ਭਰੋਸਾ ਹੋ ਜਾਂਦਾ, ਉਹ ਫਿਰ ਕਦੇ ਡਗਮਗਾਉਂਦੇ ਨਹੀਂ। ਸਾਰੀ ਗੁਰਬਾਣੀ ਸਾਨੂੰ ਇਹੋ ਹੀ ਦ੍ਰਿੜ ਕਰਾ ਰਹੀ। ਭਾਈ ਉਸ ਪਰਮਾਤਮਾ ਦੇ ਹੱਥ ਵਿੱਚ ਸਭ ਕੁਝ, ਕਰੇ ਕਰਾਵੇ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ। ਹੁਣ ਲੋਕਾਂ ਨੇ ਕੀ ਕੀਤਾ, ਆਪਣੀ ਮਰਜ਼ੀ ਨਾਲ ਹੀ ਇਸ ਪੰਗਤੀ ਨੂੰ ਤਰੋੜ ਮਰੋੜ ਲਿਆ। ਕਿਉਂਕਿ ਮੈਨੂੰ ਪਤਾ ਹੈ ਕਿ ਬਹੁਤੇ ਲੋਕਾਂ ਵਿੱਚ ਇਹ ਪ੍ਰਚਲਿਤ ਹੈ। ਉਹ ਪੜ੍ਹਦੇ ਨੇ ਕਰੇ ਕਰਾਵੇ ਆਪੇ ਆ, ਮਾਨੋ ਕੇ ਕਿਛ ਨਹੀਂ ਹਾਂ। ਮੈਨੂੰ ਵੀ ਇਹ ਘਟਨਾ ਯਾਦ ਹੈ। ਮੈਂ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਕਥਾ ਕਰ ਰਿਹਾ ਸੀ, ਔਰ ਕਥਾ ਕਰਦਿਆਂ ਇਹ ਪੰਗਤੀ ਪ੍ਰਮਾਣ ਵਜੋਂ ਵਰਤ ਦਿੱਤੀ। ਸੰਗਤ ਵਿੱਚ ਕਈ ਵਾਰੀ ਬੜੇ ਬੜੇ ਸਿਆਣੇ ਪੁਰਸ਼ ਬੈਠੇ ਹੁੰਦੇ, ਕੋਈ ਐਸੇ ਗੁਰਮੁਖ ਪਿਆਰੇ ਜਿਹੜੇ ਸੁਖਮਨੀ ਸਾਹਿਬ ਦੇ ਪਾਠੀ ਸਨ, ਨਿਰੇ ਪਾਠੀ ਨਹੀਂ ਸਨ, ਵਿਚਾਰਵਾਨ ਵੀ ਸਨ। ਉਹਨਾਂ ਨੇ ਮੈਨੂੰ ਚਿੱਠ ਲਿਖ ਕੇ ਭੇਜੀ, ਭਾਈ ਸਾਹਿਬ ਇਹ ਪੰਗਤੀ ਕਿੱਥੇ ਹੈ। ਮੈਨੂੰ ਸਮਝ ਆ ਗਈ ਕਿ ਦਾਲ ਵਿੱਚ ਕੁਝ ਕਾਲਾ ਕਾਲਾ, ਮੇਰੇ ਤੋਂ ਕੋਈ ਗਲਤੀ ਹੋ ਗਈ। ਸਮੇਂ ਨੂੰ ਸੰਭਾਲਦਿਆਂ ਮੈਂ ਇਹ ਗੱਲ ਕਹਿ ਕੇ ਗੱਲ ਸੰਭਾਲੀ ਕਿ ਮੈਂ ਫਲਾਣੇ ਕਮਰੇ ਵਿੱਚ ਹਾਂ, ਜਿਨ੍ਹਾਂ ਨੇ ਚਿੱਠ ਭੇਜੀ ਉੱਥੇ ਆ ਜਾਣ, ਬੈਠ ਕੇ ਵਿਚਾਰ ਕਰ ਲਵਾਂ। ਪਰ ਮੇਰੇ ਅੰਦਰ ਧੁੜਕੂ ਲੱਗ ਗਈ ਵੀ ਗੱਲ ਕੋਈ ਗਲਤ ਹੋਈ। ਗੁਰੂ ਅੱਗੇ ਅਰਦਾਸ ਕੀਤੀ, ਅੰਦਰੋਂ ਆਵਾਜ਼ ਆਈ ਕਿ ਸੁਖਮਨੀ ਸਾਹਿਬ ਪੜ੍ਹੋ। ਮੈਂ ਸੁਖਮਨੀ ਸਾਹਿਬ ਦਾ ਪਾਠ ਪਹਿਲਾਂ ਵੀ ਕਰਦਾ ਸਾਂ, ਮੈਨੂੰ ਜ਼ਬਾਨੀ ਕੰਠ ਸੀਗਾ, ਪਰ ਹੁਣ ਮੈਂ ਗੁਟਕਾ ਸਾਹਿਬ ਲੈ ਕੇ ਬੜੇ ਸਹਿਜੇ ਸਹਿਜੇ ਪੜ੍ਹਨਾ ਸ਼ੁਰੂ ਕਰਦਾ। ਜਦੋਂ ਮੈਂ ਪੜ੍ਹਦਿਆਂ ਇੱਥੇ ਪਹੁੰਚਿਆ ਤੇ ਮੇਰੀ ਗਲਤੀ ਮੈਨੂੰ ਸਮਝ ਆ ਗਈ। ਉੱਥੇ ਲਿਖਿਆ ਸੀ ਕਰੇ ਕਰਾਵੇ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ। ਦੂਜੀ ਜਗ੍ਹਾ ਸੀ ਮਾਰੈ ਰਾਖੈ ਏਕੋ ਆਪ, ਮਾਨੁਕ ਕੇ ਕਿਛ ਨਹੀਂ ਹਾਥ। ਓਹੋ ਮੇਰੀ ਭੁੱਲ ਮੈਨੂੰ ਸਮਝ ਆ ਗਈ। ਲੋਕ ਕੀ ਕਰਦੇ ਨੇ, ਆਪਣੇ ਸਵਾਰਥ ਲਈ, ਆਪਣੇ ਆਪ ਨੂੰ ਬਰੀ ਕਰਾਉਣ ਲਈ ਕਈ ਵਾਰੀ ਬਾਣੀ ਦੀਆਂ ਪੰਗਤੀਆਂ ਦੇ ਗਲਤ ਪ੍ਰਮਾਣ ਦੇ ਦਿੰਦੇ। ਇਸੇ ਤਰ੍ਹਾਂ ਜਿਹੜੇ ਲੋਕ
ਹਰ ਗੱਲ ਦਾ ਬੋਝ ਤੇ ਪਰਮਾਤਮਾ ਤੇ ਪਾਉਂਦੇ ਨੇ, ਆਪਣੇ ਆਪ ਨੂੰ ਬਰੀ ਕਰਦੇ ਨੇ। ਉਹ ਕਹਿੰਦੇ ਨੇ ਮਾਰੇ ਰੱਖੇ ਕੋ ਮਾਨਕ ਇੱਕ ਚਨਾਈਆਂ, ਜਦੋਂ ਕਿ ਐਸਾ ਨਹੀਂ ਹੈਗਾ। ਤੋ ਗੱਲ ਕੀ, ਜਿਨ੍ਹਾਂ ਦੇ ਅੰਦਰ ਭਰੋਸਾ ਹੋ ਜਾਂਦਾ ਉਹ ਫਿਰ ਜ਼ਿੰਦਗੀ ਦੇ ਅੰਦਰ ਕਈ ਡਾਵਾਂ ਡੋਲ ਲੋਕਾਂ ਨੂੰ ਮਿਲਦੇ ਨੇ, ਪਰ ਉਹ ਕਦੇ ਡੋਲਦੇ ਨਹੀਂ। ਹੁਣ ਜਿਹੜੇ ਮੁਕਤੀ ਦੇ ਲਾਲਚੀ ਨੇ, ਜਿਨ੍ਹਾਂ ਨੂੰ ਇਹ ਲਾਲਚ ਦਿੱਤਾ ਜਾਂਦਾ ਕਿ ਤੁਸੀਂ ਆਹ ਦਾਨ ਕਰੋ, ਆਹ ਪਾਠ ਕਰੋ, ਆਹ ਤੁਸੀਂ ਕਰਮ ਕਾਂਡ ਕਰੋ, ਤੁਹਾਨੂੰ ਮੁਕਤੀ ਮਿਲ ਜਾਏ, ਉਹ ਤੇ ਹਰ ਵੇਲੇ ਵਿਚਾਰੇ ਮੁਕਤੀਆਂ ਦੇ ਪਿੱਛੇ ਤੁਰੇ ਫਿਰਦੇ। ਮੁਕਤੀਆਂ ਕਈ ਤਰ੍ਹਾਂ ਦੀਆਂ, ਮੈਂ ਉਹਨਾਂ ਦੀ ਗਿਣਤੀ ਵਿੱਚ ਨਹੀਂ ਪੈਂਦਾ, ਪਰ ਜਿਨ੍ਹਾਂ ਦਾ ਪਰਮੇਸ਼ਰ ਤੇ ਭਰੋਸਾ ਹੈ ਉਹ ਕਹਿੰਦੇ ਨੇ ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਨ ਨ ਕੱਢਤੇ, ਆਪਣੇ ਗੁਰ ਪ੍ਰਸਾਦੇ। ਉਹ ਕਹਿੰਦੇ ਸਾਨੂੰ ਨਾ ਨਰਕ ਦਾ ਡਰ ਹੈ, ਨਾ ਸਵਰਗ ਦੀ ਇੱਛਾ। ਜੋ ਵਾਹਿਗੁਰੂ ਕਰੇਗਾ ਠੀਕ ਕਰੇ। ਲਓ, ਇਸ ਸ਼ਬਦ ਦੇ ਅੰਦਰ ਵੀ ਭਗਤ ਕਬੀਰ ਜੀ ਇਹ ਗੱਲ ਸਮਝਾਉਂਦੇ ਨੇ। ਅਬ ਕਹੋ ਰਾਮ ਭਰੋਸਾ ਤੋਰਾ, ਹੇ ਰਾਮ ਜੀ ਮੈਨੂੰ ਤੁਹਾਡੇ ਤੇ ਭਰੋਸਾ ਹੈ, ਮੈਨੂੰ ਤੁਹਾਡੇ ਤੇ ਯਕੀਨ ਹੈ, ਤੇ ਜੋ ਤੁਸੀਂ ਕਰੋਗੇ ਠੀਕ ਕਰੋ। ਤੇ ਜੇ ਨਾ ਕਰਮ ਕਾਂਡਾਂ ਵਿੱਚ ਪੈ ਕੇ ਮੈਂ ਮੁਕਤੀਆਂ ਦੇ ਪਿੱਛੇ ਤੁਰਨਾ ਜਾਂ ਇਸ ਤਰ੍ਹਾਂ ਮੁਕਤੀ ਮਿਲਣੀ, ਤੇ ਤਬ ਕਾਹੂ ਕਾ ਕਮਨ ਨੇ ਹੋ ਰਾ, ਫਿਰ ਮੇਰੇ ਤੇ ਕਿਸੇ ਦਾ ਕੀ ਆਸਾਨ ਹੈ। ਫਿਰ ਤੇ ਉਹਨਾਂ ਕਰਮ ਕਾਂਡਾਂ ਕਰਕੇ ਗੱਲ ਬਣੀ। ਮੈਂ ਤੇ ਆਪਣੇ ਰਾਮ ਤੇ ਭਰੋਸਾ ਕਰਦਾ, ਮੈਨੂੰ ਹੋਰ ਕਿਸੇ ਪਾਸੇ ਦੀ ਕੋਈ ਝਾਕ ਨਹੀਂ ਹੈ, ਕਿਉਂਕਿ ਲੋਕ ਇਹਨਾਂ ਚੀਜ਼ਾਂ ਵਿੱਚ ਫਸੇ ਹੋਏ। ਪਰ ਜਿਨ੍ਹਾਂ ਨੂੰ ਪਰਮਾਤਮਾ ਤੇ ਭਰੋਸਾ ਹੋ ਜਾਂਦਾ ਉਹ ਇਹਨਾਂ ਮੁਕਤੀਆਂ ਦੇ ਚੱਕਰ ਵਿੱਚ ਨਹੀਂ ਪੈਂਦਾ। ਅਬ ਕਹੋ ਰਾਮ ਭਰੋਸਾ ਤੋਰਾ, ਤਬ ਕਾਹੂ ਕਾ ਕਮਨ ਨਿਹੋਰਾ। ਨਿਹੋਰਾ ਦਾ ਮਤਲਬ ਹੁੰਦਾ ਕਿਸੇ ਦਾ ਕੀ ਅਹਿਸਾਨ ਹੈ। ਭਾਈ ਪਰਮਾਤਮਾ ਦਾ ਨਾਮ ਜਪਣ ਵਾਲੇ ਨੂੰ ਕਿਸੇ ਹੋਰ ਵੱਲ ਝਾਕਣ ਦੀ ਲੋੜ ਨਹੀਂ। ਜਾ ਕੇ ਹਰ ਸਾ ਠਾਕੁਰ ਭਾਈ, ਜਾ ਕੇ ਜਿਸ ਤੇ ਹਿਰਦੇ ਵਿੱਚ ਹਰੀ ਵਰਗਾ ਮਾਲਕ ਪਰਮਾਤਮਾ ਵਸ ਰਿਹਾ। ਹੇ ਵੀਰ, ਜਿਹਨੇ ਪਰਮਾਤਮਾ ਦਾ ਆਸਰਾ ਤੱਕ ਲਿਆ, ਮੁਕਤ ਅਨੰਤ ਪੁਕਾਰਨ ਜਾਈ, ਉਹਦੇ ਪਿੱਛੇ ਤਾਂ ਕਈ ਮੁਕਤੀਆਂ ਤੁਰੀਆਂ ਫਿਰਦੀਆਂ ਹਨ। ਨਿਸ਼ਚਾ ਕਰਨ ਦੀ ਲੋੜ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਅੰਦਰ ਕਿਤਨਾ ਹੀ ਨਿਸ਼ਚਾ ਕਰਾਇਆ ਸਾਡਾ, ਪਰ ਅਸੀਂ ਉਸ ਨੂੰ ਪੜ੍ਹਦੇ ਵੀ ਠੀਕ ਨਹੀਂ। ਕੋਈ ਸਮਝਾਵੇ ਤਾਂ ਉਹਦੇ ਗਲ ਪੈ ਜਾਂਦਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪ੍ਰਭੂ ਦੇ ਸਿਮਰਨ ਦੀਆਂ ਬਰਕਤਾਂ ਲਈ ਇੱਕ ਪੂਰੀ ਅਸ਼ਪਦੀ ਲਿਖੀ ਹੈ, ਔਰ ਉਸ ਦੇ ਆਰੰਭ ਵਿੱਚ ਇੱਥੋਂ ਲਿਖਿਆ ਹੈ ਕਿ ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋਂ ਜਾਸ ਬਿਸੰਬਰ ਏਕੈ, ਨਾਮ ਜਪਤੇ ਅਗਣਤੇ ਅਨੇਕੈ। ਵੇਦ ਪੁਰਾਨ ਸਿਮਰਤ ਸੁਦਾਖਰ, ਕੀਨੇ ਰਾਮ ਨਾਮ ਇਕ ਆਖਰ। ਕਿਨ ਕਾ ਏਕ ਜਿਸ ਜੀ ਬਸਾਵੇ, ਤਾਕੀ ਮਹਿਮਾ ਗਨੀ ਨ ਆਵੇ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਵਿਸਰਾਮ। ਅਗਲੀ ਸਾਰੀ ਅਸ਼ਪਦੀ ਪੜ੍ਹ ਲਓ। ਭਾਈ ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਗਨ ਨ ਲਾਗੈ,
ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਜਿਹੜਾ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਹੈ ਉਹਨੂੰ ਹੋਰ ਕਿਸੇ ਪਾਸੇ ਵੱਲ ਝਾਕਣ ਦੀ ਲੋੜ ਨਹੀਂ। ਮੇਰੇ ਪਾਤਸ਼ਾਹ ਨੇ ਅਨੇਕਾਂ ਹੀ ਸ਼ਬਦ ਲਿਖੇ। ਆਖਿਆ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ ਰਹਾਓ। ਆਖਿਆ ਮੇਰਾ ਵਾਹਿਗੁਰੂ ਐਸਾ ਹੈ ਜਿਹੜਾ ਆਦ ਤੋਂ ਲੈ ਕੇ ਅੰਤ ਤੱਕ ਸਹਾਇਤਾ, ਔਰ ਜਿਹੜਾ ਉਸ ਦੀ ਸ਼ਰਨ ਵਿੱਚ ਆ ਜਾਏ, ਜਿਹੜਾ ਉਸ ਦਾ ਪੱਲਾ ਫੜ ਲਵੇ। ਔਖੀ ਘੜੀ ਨਾ ਦੇਖਣ ਦੇ, ਆਪਣਾ ਬਿਰਦ ਸੰਭਾਲੇ, ਹਾਥ ਦੇ ਰੱਖੇ ਆਪਣੇ ਕੋ, ਸਾਧ ਸਾਧ ਪ੍ਰਤਪਾਲੇ। ਆਖਿਆ ਮੇਰਾ ਵਾਹਿਗੁਰੂ ਮਿੱਤਰ ਐਸਾ। ਤੋ ਜਿਨ੍ਹਾਂ ਨੇ ਇਹੋ ਜਿਹਾ ਮਿੱਤਰ ਬਣਾ ਲਿਆ ਉਹਨਾਂ ਨੂੰ ਫਿਰ ਹੋਰ ਕਿਸੇ ਪਾਸੇ ਵੱਲ ਝਾਕਣ ਦੀ ਲੋੜ ਨਹੀਂ। ਉਹਨਾਂ ਦੇ ਪਿੱਛੇ ਤਾਂ ਕਈ ਮੁਕਤੀਆਂ ਦੌੜੀਆਂ ਫਿਰਦੀਆਂ। ਜਿਵੇਂ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸੇ ਦੂਜਾ। ਭਾਈ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਉਹਨੂੰ ਹੋਰ ਕਿਸੇ ਪਾਸੇ ਦੀ ਝਾਕ ਨਹੀਂ। ਇਹੋ ਜਿਹੀਆਂ ਮੁਕਤੀਆਂ ਤੇ ਉਹਦੇ ਪਿੱਛੇ ਪਿੱਛੇ ਦੌੜੀਆਂ ਫਿਰਦੀਆਂ, ਕਿਉਂਕਿ ਉਹਨੂੰ ਨਿਸ਼ਚਾ ਹੋ ਗਿਆ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੀਂ ਉਥੈ ਤੇਰੀ ਰੱਖ, ਅਗਨੀ ਉਦਰ ਮਾਹੇ, ਸੁਣ ਕੇ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੀਂ, ਭੌਜਲ ਬਿਕਮ ਸਗਾ, ਗੁਰ ਸ਼ਬਦੀ ਪਾਰ ਪਾਏ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ। ਭਾਈ ਜਿਨ੍ਹਾਂ ਨੇ ਪਰਮਾਤਮਾ ਤੇ ਭਰੋਸਾ ਕਰ ਲਿਆ ਉਹਨਾਂ ਨੂੰ ਮੁਕਤੀਆਂ ਦੀ ਕੋਈ ਇੱਛਾ ਨਹੀਂ, ਔਰ ਮੁਕਤੀਆਂ ਤੇ ਉਹਨਾਂ ਦੇ ਪਿੱਛੇ ਪਿੱਛੇ ਤੁਰਦੀਆਂ। ਉਹ ਮੁਕਤੀਆਂ ਦੀ ਇੱਛਾ ਹੀ ਨਹੀਂ ਕਰਦੇ। ਉਹ ਤਾਂ ਹਰ ਵੇਲੇ ਉਸ ਆਨੰਦ ਵਿੱਚ ਰਹਿੰਦੇ ਨੇ ਜਿਹੜਾ ਆਨੰਦ ਕਦੇ ਮੁੱਕਦਾ ਨਹੀਂ, ਜਿਹੜਾ ਆਨੰਦ ਕਦੇ ਟੁੱਟਦਾ ਨਹੀਂ, ਜਿਹੜਾ ਆਨੰਦ ਕਦੇ ਉਹਨਾਂ ਦਾ ਸਾਥ ਛੱਡਦਾ ਨਹੀਂ। ਇਸ ਲਈ ਭਗਤ ਜੀ ਐਲਾਨੀਆਂ ਤੌਰ ਤੇ ਕਹਿੰਦੇ ਨੇ, ਅਬ ਕਹੋ ਰਾਮ ਭਰੋਸਾ ਤੋਰਾ। ਹੇ ਰਾਮ ਜੀ ਮੈਨੂੰ ਤੁਹਾਡੇ ਤੇ ਭਰੋਸਾ, ਤੇ ਜਦੋਂ ਮੈਂ ਤੁਹਾਡਾ ਪੱਲਾ ਫੜ ਲਿਆ ਤਬ ਕਾਹੂ ਕਾ ਕਮਨ ਨਿਹੋਰਾ, ਤਦੋਂ ਮੈਨੂੰ ਕਿਸੇ ਹੋਰ ਦਾ ਆਸਰਾ ਤੱਕਣ ਦੀ ਕੀ ਲੋੜ ਹੈ। ਮੈਂ ਕਿਉਂ ਹੋਰ ਕਿਸੇ ਦਾ ਅਹਿਸਾਨ ਲਵਾਂ, ਮੈਂ ਹੋਰ ਕਿਸੇ ਵੱਲ ਕਿਉਂ ਝਾਕਾਂ। ਤੋ ਇਸ ਗੱਲ ਨੂੰ ਕਿਤਨਾ ਵੀ ਵਿਆਖਿਆ ਕੀਤੀ ਜਾਏ ਥੋੜ੍ਹੀ, ਕਿਉਂਕਿ ਜਿਨ੍ਹਾਂ ਦੇ ਅੰਦਰ ਨਿਸ਼ਚਾ ਹੈ ਉਹ ਤੇ ਕਹਿੰਦੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲਖਮੀ ਟੋਟ ਨ ਆਵਈ ਖਾਏ ਖਰਚ ਰਹਿੰਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ, ਇਹ ਵੈਰੀ ਮਿੱਤਰ ਸਭ ਕੀਤਿਆ ਨਾ ਮੰਗੈ ਮੰਦਾ। ਹੁਣ ਉਹਦੇ ਸਿਮਰਨ ਦੀ ਬਰਕਤ ਦੇ ਨਾਲ ਜਿਹੜੇ ਮੇਰੇ ਨਾਲ ਵਿਰੋਧ ਕਰਦੇ ਸਨ ਉਹ ਵੀ ਮਿੱਤਰ ਬਣ ਗਏ। ਤੋ ਗੱਲ ਕੀ, ਭਗਤ ਕਬੀਰ ਜੀ ਨੇ ਉਹਨਾਂ ਲੋਕਾਂ ਨੂੰ ਜਿਹੜੇ ਮੁਕਤੀਆਂ ਦੇ ਪਿੱਛੇ ਤੁਰੇ ਫਿਰਦੇ ਨੇ ਜਾਂ ਜਿਨ੍ਹਾਂ ਨੇ ਆਪਣੇ ਉਸ ਵਿਚਾਰ ਨੂੰ ਭਗਤ ਜੀ ਨਾਲ ਸਾਂਝਾ ਕਰਦਿਆਂ ਇਹ ਕਿਹਾ ਕਿ ਤੁਹਾਨੂੰ ਮੁਕਤੀ ਦੀ ਕੋਈ ਇੱਛਾ ਨਹੀਂ, ਉਹਨਾਂ ਕਿਹਾ ਨਹੀਂ, ਜਾ ਕੇ ਹਰ ਸਾ ਠਾਕੁਰ ਭਾਈ। ਹੇ ਭਾਈ ਜਿਨ੍ਹਾਂ ਦੇ ਕੋਲ ਹਰੀ ਵਰਗਾ ਮਾਲਕ ਹੈ, ਜਿਹੜਾ ਹਰੀ ਇਤਨਾ ਸਮਰੱਥ ਕਿ ਖਿਨ ਮੈਂ ਰਾਓ ਰੰਗ ਕੋ ਕਰਹੀ, ਰਾਓ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਕਨਾਵੇ, ਯਹ ਤਾ ਕੋ ਵਿਵਹਾਰੇ। ਜਿਹਦੇ ਹੱਥ ਵਿੱਚ ਇੰਨੀਆਂ ਤਾਕਤਾਂ ਹਨ, ਜਿਹੜਾ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ,
जिसकी समर्था इतनी है, ਜਿਹੜਾ ਉਹਦਾ ਸੇਵਕ ਬਣ ਗਿਆ, ਉਹਨੂੰ ਹੁਣ ਹੋਰ ਕਿਸੇ ਦਾ ਨਿਹੋਰਾ ਕਾਹਦਾ। ਤੋ ਸਾਧ ਸੰਗਤ, ਇਹ ਹਨ ਬੜੇ ਭਰੋਸੇ ਤੇ ਅਨੁਭਵ ਕੀਆਂ ਬਾਤਾਂ। ਇਹ ਸਾਰਿਆਂ ਨੂੰ ਨਹੀਂ ਪ੍ਰਾਪਤ ਹੁੰਦਾ। ਅੱਜ ਸਵੇਰੇ ਵੀ ਪੜ੍ਹ ਰਹੇ ਸਾਂ ਕਿ ਨਦਰੀ ਕਰਮੀ ਦਾਤ, ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੋ ਜਾਂਦੀ, ਉਹਨਾਂ ਨੂੰ ਇਹ ਭਰੋਸਾ ਯਕੀਨ ਮਿਲਦਾ। ਅਤੇ ਜਿਨ੍ਹਾਂ ਨੂੰ ਭਰੋਸਾ ਹੋ ਜਾਏ, ਜਿਸ ਨੂੰ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ, ਉਹਨਾਂ ਨੂੰ ਮੌਤ ਵੀ ਨਹੀਂ ਡਰਾ ਸਕਦੀ। ਦੇਖੋ ਕਲਗੀਆਂ ਵਾਲੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ, ਉਮਰ ਹੈ 7 ਸਾਲ ਤੇ 9 ਸਾਲ। ਸੂਬਾ ਸਰਹੰਦ ਦੀ ਕਚਹਿਰੀ ਹੈ। ਸਾਰੇ ਡਰਾਉਣ ਵਾਲੇ, ਸਭ ਧਮਕਾਉਣ ਵਾਲੇ, ਸਭ ਲਾਲਚ ਦੇਣ ਵਾਲੇ ਬੈਠੇ ਨੇ, ਪਰ ਸਾਹਿਬਜ਼ਾਦਿਆਂ ਨੂੰ ਕੋਈ ਡਰਾ ਨਹੀਂ ਸਕਿਆ, ਕੋਈ ਧਮਕਾ ਨਹੀਂ ਸਕਿਆ, ਕੋਈ ਡੁਲਾ ਨਹੀਂ ਸਕਿਆ, ਕਿਉਂਕਿ ਉਹਨਾਂ ਨੂੰ ਪੂਰਨ ਭਰੋਸਾ ਹੈ ਵਾਹਿਗੁਰੂ। ਤੋ ਭਗਤ ਕਬੀਰ ਜੀ ਕਹਿੰਦੇ ਨੇ, ਜਾ ਕੇ ਹਰ ਸਾ ਠਾਕੁਰ ਭਾਈ, ਜਿਨ੍ਹਾਂ ਦੇ ਅੰਦਰ ਇਹ ਨਿਸ਼ਚਾ ਹੈ ਕਿ ਸਾਡਾ ਮਾਲਕ ਵਾਹਿਗੁਰੂ ਆਪ ਹੈ। ਤੋ ਜਿਸ ਦਾ ਸਾਹਿਬ ਡਾਢਾ ਹੋਏ, ਤਿਸ ਨੂੰ ਮਾਰ ਨਾ ਸਕੇ ਕੋਈ। ਹਾਂ, ਇੱਕ ਸ਼ਰਤ ਜ਼ਰੂਰ ਹੈ, ਸਾਹਿਬ ਕੀ ਸੇਵਕ ਰਹੇ ਸ਼ਰਨਾਈ। ਇਹ ਨਾ ਹੋਵੇ ਚੁਫੇਰ ਗੜੀਆ ਹੋਵੇ, ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ ਨਹੀਂ। ਸਾਹਿਬ ਕੀ ਸੇਵਕ ਰਹੇ ਸ਼ਰਨਾਈ, ਆਪੇ ਬਖਸ਼ੇ ਦੇ ਵਡਿਆਈ। ਤਿਸ ਤੇ ਊਪਰ ਨਾਹੀਂ ਕੋਏ, ਕੌਣ ਡਰੇ ਡਰ ਕਿਸਕਾ ਹੋਏ। ਜਾ ਕੇ ਹਰ ਸਾ ਠਾਕੁਰ ਭਾਈ, ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਵਰਗਾ ਠਾਕੁਰ ਮਾਲਕ, ਮੁਕਤ ਅਨੰਤ ਪੁਕਾਰਨ ਜਾਈ। ਉਹਨਾਂ ਦੇ ਪਿੱਛੇ ਕਈ ਮੁਕਤੀਆਂ ਤੁਰੀਆਂ ਫਿਰਦੀਆਂ, ਉਹ ਪਰਵਾਹ ਹੀ ਨਹੀਂ ਕਰਦੇ, ਉਹਨਾਂ ਮੁਕਤੀਆਂ ਵੱਲ ਵੇਖਦੇ ਹੀ ਨਹੀਂ। ਉਹ ਤੇ ਕਹਿੰਦੇ, ਰਾਜ ਨ ਚਾਹੋ ਮੁਕਤ ਨ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਜਿਨ੍ਹਾਂ ਦੀ ਵਾਹਿਗੁਰੂ ਦੇ ਚਰਨਾਂ ਨਾਲ ਪ੍ਰੀਤ ਹੈ, ਉਹ ਨਾ ਰਾਜ ਦੀ ਇੱਛਾ ਕਰਦੇ ਨੇ, ਨਾ ਮੁਕਤੀ ਦੀ ਇੱਛਾ ਕਰਦੇ ਨੇ। ਫਿਰ ਭਗਤ ਜੀ ਕਹਿੰਦੇ ਨੇ, ਤੀਨ ਲੋਕ ਜਾ ਕਹਿ ਹੈ ਭਾਰ। ਇਹ ਜਿਹੜਾ ਹਾਹਾ ਹਾਏ ਨਹੀਂ ਸਿਆਰੀ, ਇਹ ਥੋੜ੍ਹਾ ਜਿਹਾ ਹਾਏ ਦੀ ਸਿਆਰੀ ਤੇ ਬਿੰਦੀ ਲਾ ਕੇ ਹੈ। ਜਿਸ ਪਰਮਾਤਮਾ ਦੇ ਜਿੰਮੇ ਤਿੰਨਾਂ ਲੋਕਾਂ ਦੇ ਜੀਵਾਂ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਹੈ। ਭਾਰ ਦਾ ਮਤਲਬ ਹੈ ਜਿਹਦੀ ਜ਼ਿੰਮੇਵਾਰੀ, ਜਿਹੜਾ ਪ੍ਰਭੂ ਤਿੰਨਾਂ ਲੋਕਾਂ ਦੇ ਜੀਵਾਂ ਦੀ ਪਾਲਣਾ ਕਰਦਾ। ਤੀਨ ਲੋਕ ਜਾ ਕੇ ਹੈ ਭਾਰ। ਕਿਉਂ ਜੀ, ਮੈਂ ਜਾਂ ਤੁਸੀਂ ਕੋਈ ਹੈ ਐਸਾ ਜਿਹੜਾ ਉਹਨਾਂ ਦੀ ਸੰਭਾਲ ਕਰ ਸਕੇ? ਇਹਦਾ ਪਰਮਾਤਮਾ ਹੀ, ਇਹ ਉਸੇ ਦਾ ਪ੍ਰਬੰਧ ਹੈ ਕਿ ਸਿਰ ਸਿਰ ਰਿਜ਼ਕ ਸੰਭਾਏ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਊੜ ਆਵੈ ਸੈ ਕੋਸਾਂ, ਤਿਸ ਪਾਛੈ ਬਚਰੇ ਛਰਿਆ। ਤਿਨ ਕਮਣ ਖਿਲਾਵੈ ਕਮਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਉਹਨੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਰੋਜ਼ੀ ਦਾ ਪ੍ਰਬੰਧ ਕੀਤਾ। ਭਗਤਾਂ ਨੇ ਤੇ ਇੱਥੇ ਜ਼ਿਕਰ ਕਿਹਾ, ਉਹ ਦੁਨੀਆ ਦੇ ਲੋਕੋ, ਪਰਮਾਤਮਾ ਦੀ ਹਸਤੀ ਨੂੰ ਸਮਝੋ। ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ। ਬਾਣੀ ਕੋਈ ਪੜ੍ਹੇ ਵਿਚਾਰੇ ਤਾਂ ਹੀ ਸਮਝ ਆਉਂਦੀ। ਭਗਤ ਜੀ ਨੇ ਕਿਹਾ ਕੱਛੂ ਕੁੰਮੀ, ਕਿਉਂਕਿ ਕੁਦਰਤ ਨੇ ਹਰ ਚੀਜ਼ ਨਰ ਮਾਦਾ ਪੈਦਾ ਕੀਤੀ। ਇੱਕ ਕੱਛੂ ਕੁੰਮਾ ਹੈ, ਇੱਕ ਕੱਛੂ ਕੁੰਮੀ ਹੈ, ਇੱਕ ਮੇਲ ਹੈ, ਇੱਕ ਫੀਮੇਲ ਹੈ। ਤੋ ਕੱਛੂ ਕੁੰਮੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਪਾਣੀ 'ਚ ਰਹਿੰਦੀ, ਪਰ ਜਿਹੜੇ ਅੰਡੇ ਹਨ ਆਪਣੇ ਜਾਂ ਬੱਚੇ ਹਨ, ਉਹ ਬਾਹਰ ਰੇਤੇ 'ਚ ਦਿੰਦੇ। ਹੁਣ ਕੱਛੂ ਕੁੰਮੀ ਦੇ ਕੋਲ ਨਾ ਤੇ ਖੰਭ ਨੇ ਕਿ ਉੱਡ ਕੇ ਜਾਵੇ ਬੱਚਿਆਂ ਲਈ ਕੁਝ ਲਿਆਵੇ, ਨਾ ਉਹਦੇ ਕੋਲ ਦੁੱਧ ਹੈ ਜਿਹੜਾ ਬੱਚਿਆਂ ਨੂੰ ਪਿਲਾਵੇ।
ਦੱਸੋ ਉਹਨਾਂ ਬੱਚਿਆਂ ਦੀ ਕੌਣ ਪਾਲਣਾ ਕਰਦਾ। ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ। ਇਹ ਤਾਂ ਬਈ ਪਰਮਾਤਮਾ ਹੀ ਉਹਨਾਂ ਦੀ ਪਾਲਣਾ ਕਰਦਾ। ਕਿਵੇਂ ਕਰਦਾ ਇਹ ਸਾਡੀ ਸਮਝ ਤੋਂ ਬਾਹਰ। ਤੋ ਕਬੀਰ ਜੀ ਕਹਿੰਦੇ ਨੇ ਤੀਨ ਲੋਕ ਜਾ ਕੇ ਹੈ ਪਾਰ, ਸੋ ਕਾਹੇ ਨਾ ਕਰੇ ਪ੍ਰਤਪਾਰ। ਉਹ ਸਾਡੀ ਪ੍ਰਤਪਾਲਨਾ ਨਹੀਂ ਕਰੇ, ਉਹ ਸਾਡੀ ਵੀ ਪਾਲਣਾ ਕਰੇ। ਅਖੀਰ ਵਿੱਚ ਭਗਤ ਜੀ ਫੈਸਲਾ ਕਰਦੇ ਨੇ, ਕਹੋ ਕਬੀਰ ਇੱਕ ਬੁੱਧ ਵਿਚਾਰੀ। ਕਬੀਰ ਜੀ ਕਹਿੰਦੇ ਨੇ ਮੈਂ ਤਾਂ ਇੱਕ ਵਿਚਾਰ ਆਪਣੀ ਬੁੱਧੀ ਵਿੱਚ ਕੀਤੀ, ਤਥਾ ਮੈਂ ਇੱਕ ਗੱਲ ਤੇ ਆਪਣੇ ਆਪ ਨੂੰ ਟਿਕਾ ਲਿਆ ਹੈ। ਕਿਆ ਬਸ ਜੋ ਬਿਖ ਦੇ ਮਹਿਤਾਰੀ। ਜੇ ਮਾਂ ਬੱਚੇ ਨੂੰ ਜ਼ਹਿਰ ਦੇਣਾ ਚਾਹੇ ਫਿਰ ਕੋਈ ਬਚਾ ਨਹੀਂ ਸਕਦਾ। ਕਹਿਣ ਦਾ ਮਤਲਬ ਜੇ ਪਰਮਾਤਮਾ ਸਾਨੂੰ ਇਸ ਅਵਸਥਾ ਵਿੱਚ ਰੱਖਣਾ ਚਾਹੇ ਫਿਰ ਸਾਡੀ ਕੋਈ ਸਹਾਇਤਾ ਵੀ ਨਹੀਂ ਕਰ ਸਕਦਾ। ਤੋ ਅਸੀਂ ਤਾਂ ਬਈ ਸਾਰੇ ਭਰੋਸੇ ਛੱਡ ਕੇ ਇੱਕ ਵਾਹਿਗੁਰੂ ਤੇ ਭਰੋਸਾ ਰੱਖੇ। ਅਬ ਕਹੋ ਰਾਮ ਭਰੋਸਾ ਤੋਰਾ, ਤਬ ਕਾਹੂ ਕਾ ਕਮਨ ਹੋਰਾ। ਤੋ ਗੱਲ ਕੀ, ਜਿਨ੍ਹਾਂ ਨੇ ਉਸ ਵਾਹਿਗੁਰੂ ਅਕਾਲ ਪੁਰਖ ਤੇ ਨਿਸ਼ਚਾ ਕਰ ਲਿਆ, ਭਰੋਸਾ ਕਰ ਲਿਆ, ਉਹ ਕਦੇ ਡੋਲਦੇ ਨਹੀਂ। ਉਹ ਸਾਨੂੰ ਵੀ ਪ੍ਰੇਰਦੇ ਨੇ, ਭਾਈ ਨਾ ਡੋਲੋ ਨਾ ਡੋਲੋ, ਕਿਉਂਕਿ ਉਹ ਵਾਹਿਗੁਰੂ ਅਕਾਲ ਪੁਰਖ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦੇ ਟੋਟ ਨ ਆਵਈ, ਅਗਣਤ ਭਰੇ ਭੰਡਾਰ। ਉਹਦੇ ਤੇ ਭਰੋਸਾ ਰੱਖੋ, ਉਹਦਾ ਸਿਮਰਨ ਕਰੋ, ਉਹਨੂੰ ਯਾਦ ਕਰੋ। ਫਿਰ ਤੁਹਾਨੂੰ ਇਹਨਾਂ ਮੁਕਤੀਆਂ ਦੀ, ਇਹਨਾਂ ਨਰਕਾਂ ਤੋਂ ਡਰਨ ਦੀ, ਇਹਨਾਂ ਸਵਰਗਾਂ ਦੀ ਇੱਛਾ ਕਰਨ ਦੀ ਕੋਈ ਭਾਵਨਾ ਨਹੀਂ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।